Dear students, I Suresh Kumar, Principal, Government Senior Secondary School, Boys, Guru Sahai, am bringing to you a series of lectures on your 10+2 Journal English course, and I am uploading these lectures on school's YouTube channel GSSS Boys School Guru Sahai, so that you may get study it very well as online study. Dear students, I am bringing you these lectures for whole of the student community, so that all of people like you may get benefit from these lectures. So subscribe our school's YouTube channel GSSS Boys School Guru Sahai, and share this lecture to your student, to your friends, your relatives and other people in as number as you can. I am bringing you this chapter for you, and I am getting it on the screen, and you should see the theme of the chapter. I am scrolling up and down for you, so that you can get notes from it, and my description is also shown on my computer screen. Now stay home, stay safe, but study hard. Stay safe from corona pandemic, which is very deadly for you, for people. Now I am coming to the point. This is the theme of the chapter, and it is my 10th and final lecture on the chapter The March King. The March King. Now listen to it carefully. The lesson The March King brings out the idea that a man of firm determination is victorious at the end. ਇਹ ਪਾਠ ਜਿਹੜਾ ਮਾਰਚ ਕਿੰਗ ਹੈ, ਇਹ ਸਾਨੂੰ ਇਸ ਵਿਚਾਰ ਬਾਰੇ ਜਾਣਕਾਰੀ ਦਿੰਦਾ ਹੈ ਕਿ ਜਿਹੜਾ ਵਿਅਕਤੀ ਪੱਕੇ ਇਰਾਦੇ ਵਾਲਾ ਹੁੰਦਾ ਹੈ ਉਹ ਅੰਤ ਦੇ ਵਿੱਚ ਜੇਤੂ ਹੁੰਦਾ ਹੈ. ਪੋਵਰਟੀ ਇਜ਼ ਏ ਬਲੇਸਿੰਗ ਇਨ ਡਿਸਗਾਈਜ਼ ਫਾਰ ਸਮ ਪੀਪਲ. ਕੁਝ ਲੋਕਾਂ ਦੇ ਲਈ ਗਰੀਬੀ ਜਿਹੜੀ ਹੈ ਉਹ ਲੁਕਿਆ ਹੋਇਆ ਵਰਦਾਨ ਸਾਬਤ ਹੁੰਦੀ ਹੈ. ਵਨ ਸ਼ੁੱਡ ਨਾਟ ਬੀ ਇਨ ਡਿਸਪੇਅਰ if one cannot succeed in one attempt. ਸਾਨੂੰ ਜੇਕਰ ਅਸੀਂ ਕਿਸੇ ਇੱਕ ਆਪਣੇ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਸਾਨੂੰ ਮਾਯੂਸ ਨਹੀਂ ਹੋਣਾ ਚਾਹੀਦਾ. repeated efforts lead us to our destination one day. ਤੇ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਨਾਲ ਜਿਹੜਾ ਹੈ ਅਸੀਂ ਇੱਕ ਨਾ ਇੱਕ ਦਿਨ ਆਪਣੇ ਮੁਕਾਮ ਤੇ ਜਿਹੜਾ ਹੈ ਪਹੁੰਚ ਜਾਂਦੇ ਹਾਂ. we should be obedient towards our teachers and parents. ਸਾਨੂੰ ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ. This lesson also brings out the idea that one should be leaders not followers. ਇਹ ਪਾਠ ਸਾਨੂੰ ਇਹ ਵਿਚਾਰ ਵੀ ਸਾਡੇ ਸਾਹਮਣੇ ਰੱਖਦਾ ਹੈ ਕਿ ਸਾਨੂੰ ਜਿਹੜਾ ਹੈ ਲੀਡਰ ਬਣਨਾ ਚਾਹੀਦਾ ਹੈ, ਆਗੂ ਬਣਨਾ ਚਾਹੀਦਾ ਹੈ, not followers, ਨਾ ਕਿ ਪਿੱਛੇ ਲੱਗੂ. Our ambitions should be high. ਸਾਡੀਆਂ ਜਿਹੜੀਆਂ ਇੱਛਾਵਾਂ ਨੇ ਇਹ ਉੱਚੀਆਂ ਹੋਣੀਆਂ ਚਾਹੀਦੀਆਂ ਹਨ. ਤੀਬਰ ਸਾਡੇ ਜਿਹੜੇ ਉਦੇਸ਼ ਨੇ ਇਹ ਉੱਚੇ ਹੋਣੇ ਚਾਹੀਦੇ ਹਨ. ਹਾਰਡ ਐਂਡ ਸਿੰਸੀਅਰ ਵਰਕ ਲੀਡ ਜਸ ਟੂ ਦਾ ਪਾਥ ਆਫ ਆਵਰ ਸਕਸੈਸ. ਸਖਤ ਅਤੇ ਨੀਅਤ ਨਾਲ ਕੀਤਾ ਗਿਆ ਜਿਹੜਾ ਕੰਮ ਹੈ
ਉਹ ਸਾਨੂੰ ਸਾਡੀ ਸਫਲਤਾ ਦੇ ਰਸਤੇ ਤੇ ਲੈ ਜਾਂਦਾ ਹੈ। In this lesson, ਇਸ ਪਾਠ ਵਿੱਚ ਜੌਨ ਫਿਲਿਪ ਸੋਸਾ had to face so many difficulties। ਇਸ ਪਾਠ ਦੇ ਵਿੱਚ ਜਿਹੜਾ ਜੌਨ ਫਿਲਿਪ ਸੋਸਾ ਹੈ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। He was scolded by his teacher। ਅਧਿਆਪਕ ਉਸ ਨੂੰ ਮਤਲਬ ਜਿਹੜਾ ਹੈ ਉਹ ਡਾਂਟਦਾ ਹੈ ਤੇ ਜਿਹੜੀ ਬੇਕਰ ਦੀ ਪਤਨੀ ਹੈ ਉਹ ਛੋਟੀ ਛੋਟੀ ਗਲਤੀ ਕਰਕੇ ਉਸ ਨੂੰ ਜਿਹੜਾ ਹੈ ਡਾਂਟਦੀ ਰਹਿੰਦੀ ਹੈ। ਬਟ ਹੀ ਨੈਵਰ ਲੋਸਟ ਹੋਪ। ਪਰੰਤੂ ਉਮੀਦ ਜਿਹੜੀ ਹੈ ਉਹ ਨਹੀਂ ਛੱਡਦਾ। ਫਾਰ ਪੀਪਲ ਲਾਈਕ ਫਿਲਿਪ ਵਰਗੇ ਜਿਹੜੇ ਲੋਕਾਂ ਦੇ ਲਈ ਸਕਾਈ ਇਜ਼ ਦਾ ਲਿਮਟ ਟੂ ਫੁਲਫਿਲ देयर ਡ੍ਰੀਮਸ, ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅਸਮਾਨ ਹੀ ਉਹਨਾਂ ਦੀ ਜਿਹੜੀ ਸੀਮਾ ਹੁੰਦੀ ਹੈ। ਵਰਕ ਅਕੋਰਡਿੰਗ ਟੂ ਵਨਜ਼ ਇੰਟਰਸਟ, ਆਪਣੀ ਰੁਚੀ ਅਤੇ ਟੇਸਟ ਦੇ ਮੁਤਾਬਕ ਜਿਹੜਾ ਕੰਮ ਕਰਨਾ ਹੈ ਉਹ ਸਾਨੂੰ ਜੀਵਨ ਦੇ ਵਿੱਚ ਸਫਲਤਾ ਦਿੰਦਾ ਹੈ। ਵੀ ਸ਼ੁੱਡ ਨਾਟ ਮਿਕਸ ਪ੍ਰੋਫੈਸ਼ਨਲ ਵਰਕ ਵਿਦ ਐਂਟਰਟੇਨਮੈਂਟ ਐਂਡ ਪਲੇ। ਸਾਨੂੰ ਜਿਹੜਾ ਖੇਡ ਅਤੇ ਮਨੋਰੰਜਨ ਦੇ ਵਿੱਚ ਸਾਡੇ ਜਿਹੜੇ ਪ੍ਰੋਫੈਸ਼ਨਲ ਕੰਮ ਹੈ, ਕਿੱਤਾ ਮੁਖੀ ਕੰਮ ਹੈ, ਉਸ ਨੂੰ ਆਪਸ ਦੇ ਵਿੱਚ ਮਿਲਾਉਣਾ ਨਹੀਂ ਚਾਹੀਦਾ। This lesson also brings out the idea that ਇਹ ਪਾਠ ਇਸ ਵਿਚਾਰ ਬਾਰੇ ਵੀ ਦੱਸਦਾ ਹੈ that one should work regularly for excellence in a profession, ਕਿ ਕਿਸੇ ਵੀ ਕਿੱਤੇ ਦੇ ਵਿੱਚ ਸ਼੍ਰੇਸ਼ਟਤਾ ਪਾਉਣ ਦੇ ਲਈ ਸਾਨੂੰ ਜਿਹੜਾ ਹੈ ਉਹ ਲਗਾਤਾਰ ਕੰਮ ਰੈਗੂਲਰ ਨਿਯਮਿਤ ਰੂਪ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ। ਜੌਨ ਫਿਲਿਪ ਸੋਸਾ is a school going boy of 7 with strong zeal of becoming a musician। ਜੌਨ ਫਿਲਿਪ ਸੋਸਾ ਇੱਕ 7 ਸਾਲ ਦਾ ਸਕੂਲ ਜਾਣ ਵਾਲਾ ਬੱਚਾ ਹੈ, ਮੁੰਡਾ ਹੈ, ਤੇ ਉਸ ਦੇ ਵਿੱਚ ਮਤਲਬ ਜਿਹੜੀ ਹੈ ਉਹ ਬੜੀ ਇੱਕ ਸੰਗੀਤਕਾਰ ਬਣਨ ਦੀ ਜਿਹੜੀ ਹੈ ਬੜਾ ਉਸ ਦੇ ਵਿੱਚ ਜਨੂਨ ਹੈ। He loved playing on violin and playing baseball। ਉਹ ਵਾਇਲਨ ਵਜਾਉਣ ਨੂੰ ਤੇ ਬੇਸਬਾਲ ਖੇਡਣ ਨੂੰ ਪਿਆਰ ਕਰਦਾ ਹੈ। He was the best of all students who played violin। ਉਹ ਜਿਹੜੇ ਬੱਚੇ ਉਸ ਦੇ ਨਾਲ ਵਾਇਲਨ ਵਜਾਉਣ ਵਾਲੇ ਸਨ ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਵਾਇਲਨ ਵਾਦਕ ਹੈ। His ਸਕੂਲ ਆਰਗੇਨਾਈਜ਼ਡ ਐਨ ਐਨੂਅਲ ਈਵਨਿੰਗ ਕੰਸਰਟ। ਉਸ ਦੇ ਸਕੂਲ ਨੇ ਜਿਹੜਾ ਇੱਕ ਸ਼ਾਮ ਨੂੰ ਸੰਗੀਤ ਮੰਡਲੀ ਦਾ ਆਯੋਜਨ ਕੀਤਾ। ਹੀ ਵਾਸ ਸਿਲੈਕਟਡ ਫਾਰ ਦਾ ਓਕੇਜਨ। ਇਸ ਕੰਮ ਦੇ ਲਈ ਉਸ ਨੂੰ ਚੁਣ ਲਿਆ ਗਿਆ। ਹੀ ਵਾਸ ਟੂ ਪਲੇ ਵਾਇਲਨ ਸੋਲੋ। ਉਸ ਨੇ ਇਕੱਲੇ ਨੇ ਮਤਲਬ ਕਿ ਉਸ ਨੇ ਜਿਹੜੀ ਹੈ ਸੋਲੋ ਇਕੇਰੇ ਰੂਪ ਦੇ ਵਿੱਚ ਜਿਹੜਾ ਹੈ ਉਹ ਵਾਇਲਨ ਨੂੰ ਵਜਾਣਾ ਸੀ, ਭਾਵ ਕਿ ਦੋ ਹੋਰ ਕੋਈ ਉਸ ਦੇ ਨਾਲ ਜਿਹੜਾ ਹੈ ਉਹ ਨਹੀਂ ਰਲਿਆ ਹੋਇਆ ਸੀ। ਹੀ ਵਾਜ ਵੈਰੀ ਕੌਨਫੀਡੈਂਟ। ਉਸ ਨੂੰ ਪੱਕਾ ਯਕੀਨ ਸੀ, ਬਟ ਹੀ ਡਿਡ ਨਾਟ ਟੇਕ ਦਾ ਰਿਸਪੌਂਸਿਬਿਲਿਟੀ ਸੀਰੀਅਸਲੀ। ਪਰੰਤੂ ਉਸ ਨੇ ਇਸ ਰਿਸਪੌਂਸਿਬਿਲਿਟੀ ਨੂੰ, ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਔਨ ਦਾ ਏਵ ਆਫ ਕੰਸਰਟ, ਇਸ ਸੰਗੀਤ ਮੰਡਲੀ ਤੋਂ ਇੱਕ ਦਿਨ ਪਹਿਲਾਂ ਹੀ ਪਲੇਡ ਬੇਸਬਾਲ ਫਾਰ ਦਾ ਹੋਲ ਡੇ। ਸਾਰਾ ਦਿਨ ਬੇਸਬਾਲ ਖੇਡਦਾ ਰਿਹਾ। ਹੀ ਡਿਡ ਨਾਟ ਕੇਅਰ ਫਾਰ ਪ੍ਰੋਪਰ ਡਰੈਸ ਫਾਰ ਦਾ ਕੰਸਰਟ। ਨਾਟਕ ਸੰਗੀਤ ਮੰਡਲੀ ਦੇ ਲਈ ਉਸਨੇ ਜੋ ਡਰੈਸ ਸੀ ਪ੍ਰੋਪਰ ਜਿਹੜੀ ਲੱਗੀ ਹੋਈ ਸੀ ਯੋਗ ਡਰੈਸ, ਉਸ ਦੇ ਵੱਲ ਵੀ ਮਤਲਬ ਜਿਹੜਾ ਹੈ ਉਸਨੇ ਧਿਆਨ ਨਾ ਦਿੱਤਾ। ਓਨਲੀ ਏ ਸ਼ੋਰਟ ਟਾਈਮ ਬਿਫੋਰ ਦਾ ਕਮੈਂਸਮੈਂਟ ਆਫ ਦਾ ਕੰਸਰਟ। ਨਾਟਕ ਸੰਗੀਤ ਮੰਡਲੀ ਦੇ ਸ਼ੁਰੂ ਹੋਣ ਤੋਂ ਬਹੁਤ ਥੋੜਾ ਸਮਾਂ ਪਹਿਲਾਂ ਹੀ ਟੋਲਡ ਹਿਸ ਟੀਚਰ ਦੈਟ ਹੀ ਡਿਡ ਨਾਟ ਹੈਵ ਐਨੀ ਵਾਈਟ ਸ਼ਰਟ, ਕਿ ਉਸਦੇ ਪਾਸ ਕਿਸੇ ਤਰ੍ਹਾਂ ਦੀ ਕੋਈ ਵਾਈਟ ਜਾਂ ਚਿੱਟੀ ਸ਼ਰਟ ਨਹੀਂ ਹੈ, ਕਮੀਜ਼ ਨਹੀਂ ਹੈ। ਹਿਸ ਟੀਚਰ ਆਸਕਡ ਹਿਮ ਟੂ ਗੋ ਐਂਡ ਟੈਲ ਹਿਜ ਵਾਈਫ, ਕਿ ਉਸਦੇ ਅਧਿਆਪਕ ਨੇ ਕਿਹਾ ਵੀ ਉਹ ਉਸਦੀ ਪਤਨੀ ਕੋਲ ਜਾਵੇ ਤੇ ਉਸ ਨੂੰ ਦੱਸੇ। Mrs. Shipota gave a white shirt of her husband after making a fit size with pinning up so many pins as the size was too big for Philip to put on। ਹਾਂ, ਸ਼੍ਰੀਮਤੀ ਸੋਸਾ ਨੇ ਆਪਣੀ ਪਤੀ ਦੀ ਸ਼ਰਟ ਜਿਹੜੀ ਹੈ ਉਸ ਨੂੰ ਦਿੱਤੀ ਤੇ ਉਸ ਨੂੰ ਜਿਹੜਾ ਹੈ ਪਿੰਨਾਂ ਲਗਾ ਕੇ ਤੇ ਉਸ ਦੇ ਜਿਹੜਾ ਆਕਾਰ ਦਾ ਫਿਲਿਪ ਦੀ ਆਕਾਰ ਦਾ ਬਣਾ ਕੇ ਦੇ ਦਿੱਤਾ, ਕਿਉਂਕਿ ਫਿਲਿਪ ਦੇ ਲਈ ਇਹ
ਜਿਹੜੀ ਕਮੀਜ਼ ਇਤਨੀ ਲੰਬੀ ਸੀ ਕਿ ਉਹ ਉਸ ਨੂੰ ਪਾ ਨਹੀਂ ਸਕਦਾ ਸੀ। ਹਿਜ ਸ਼ਰਟ ਕੇਮ ਲੂਜ ਇਨ ਦਾ ਕੰਜਲਟ। ਇਸ ਸੰਗੀਤ ਮੰਡਲੀ ਦੇ ਵਿੱਚ ਜਿਹੜੀ ਹੈ ਉਸ ਦੀ ਕਮੀਜ਼ ਢਿੱਲੀ ਹੋ ਗਈ। ਐਜ਼ ਦਾ ਪਿੰਜ ਫੈਲ ਡਾਊਨ, ਕਿਉਂਕਿ ਪਿੰਨਾਂ ਜਿਹੜੀਆਂ ਸਨ ਉਹ ਡਿੱਗ ਪਈਆਂ ਸਨ। ਹੀ ਆਲਮੋਸਟ ਲੋਸਟ ਇਨ ਦਾ ਸ਼ਰਟ, ਤਕਰੀਬਨ ਉਹ ਸ਼ਰਟ ਦੇ ਵਿੱਚ ਗਵਾਚ ਗਿਆ, ਕਮੀਜ਼ ਵਿੱਚ ਗਵਾਚ ਗਿਆ ਤੇ ਲੋਕਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਹੀ ਰੇਨ ਅਵੇ ਵੀਪਿੰਗ, ਉਹ ਰੋਂਦਾ ਹੋਇਆ ਦੌੜ ਗਿਆ। ਐਂਡ ਵਾਂਟਡ ਟੂ ਡਾਈ, ਤੇ ਮਰਨਾ ਚਾਹੁੰਦਾ ਸੀ। ਹੀ ਡਿਸਾਈਡਡ ਟੂ ਗਿਵ ਅਪ ਟੇਕਿੰਗ ਫਰਦਰ ਲੈਸਨਸ ਇਨ ਮਿਊਜ਼ਿਕ, ਤੇ ਉਸਨੇ ਜਿਹੜਾ ਹੈ ਸੰਗੀਤ ਦੀ ਪੜ੍ਹਾਈ ਅੱਗੇ ਜਾਰੀ ਰੱਖਣ ਦਾ ਜਿਹੜਾ ਸੀ ਵਿਚਾਰ ਸੀ ਉਹ ਛੱਡ ਦਿੱਤਾ ਸੀ। ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਅੱਗੇ ਸੰਗੀਤ ਦੀ ਪੜ੍ਹਾਈ ਨਹੀਂ ਕਰੇਗਾ। ਹੀ ਟੋਲਡ ਹਿਜ ਫਾਦਰ, ਪਿਤਾ ਨੂੰ ਕਿਹਾ ਉਸਨੇ, ਮਿਸਟਰ ਸੋਸਾ ਸੀ, that he wanted to become a baker, ਕਿ ਉਹ ਇੱਕ ਬੇਕਰ ਬਣਨਾ ਚਾਹੁੰਦਾ ਸੀ। ਤੇ ਹਿਜ ਫਾਦਰ took him to a baker named ਚਾਰਲੇ, ਉਸ ਦਾ ਪਿਤਾ ਉਸ ਨੂੰ ਆਪਣੇ ਨੇੜੇ ਦੇ ਘਰ ਦੇ ਵੀ ਜਿਹੜਾ ਇੱਕ ਬੇਕਰ ਦੇ ਕੋਲ ਲੈ ਗਿਆ, ਬ੍ਰੈਡ ਬਣਾਉਣ ਵਾਲੇ ਕੋਲ ਲੈ ਗਿਆ ਜਿਹੜਾ ਕਿ ਉਸਦੇ ਘਰ ਦੇ ਨੇੜੇ ਸੀ। ਹਿਜ ਫਾਦਰ ਐਡਵਾਈਜ਼ਡ ਹਿਮ ਟੂ ਕੰਟੀਨਿਊ ਹਿਜ ਸਟੱਡੀ ਆਲਸੋ ਫਾਰ ਬੈਟਰ ਬਿਜ਼ਨਸ, ਤੇ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਵੀ ਉਹ ਆਪਣੀ ਪੜ੍ਹਾਈ ਵੀ ਜਾਰੀ ਰੱਖੇ ਤਾਂ ਜੋ ਉਸਦਾ ਭਵਿੱਖ ਵਧੀਆ ਬਣਿਆ ਰਵੇ। ਫਿਲਿਪ ਐਗਰੀਡ, ਫਿਲਿਪ ਸਹਿਮਤ ਹੋ ਗਿਆ। ਹੀ ਵਰਕਡ ਵੈਰੀ ਹਾਰਡ ਫਾਰ 3 days ਐਂਡ ਫੈਲਟ ਐਕਸਟ੍ਰੀਮਲੀ ਟਾਇਰਡ, ਉਸਨੇ 3 ਦਿਨ ਸਖਤ ਮਿਹਨਤ ਕੀਤੀ ਤੇ ਉਸਨੇ ਬਹੁਤ ਮਤਲਬ ਜਿਹੜਾ ਹੈ ਉਹ ਥੱਕ ਚੁੱਕਾ ਸੀ। ਹੀ ਕੁਡ ਨਾਟ ਸਲੀਪ ਐਂਡ ਸਟੱਡੀ, ਉਹ ਸੌ ਨਹੀਂ ਸਕਿਆ ਤੇ ਪੜ੍ਹ ਨਹੀਂ ਸਕਿਆ। ਹੀ ਗੋਟ ਫੈਡ ਅਪ ਵਿਦ ਦਾ ਟਾਇਰਿੰਗ ਜੌਬ ਆਫ ਬੇਕਰ, ਤੇ ਉਹ ਬੇਕਰ ਦੇ ਥਕਾਉਣ ਵਾਲੇ ਕੰਮ ਤੋਂ ਮਤਲਬ ਜਿਹੜਾ ਤੰਗ ਆ ਚੁੱਕਾ ਸੀ। ਹੀ ਲੈਫਟ ਦਾ ਬੇਕਰੀ, ਉਸਨੇ ਬੇਕਰੀ ਛੱਡ ਦਿੱਤੀ। ਐਂਡ ਸਟਾਰਟਡ ਟੇਕਿੰਗ ਲੈਸਨਸ ਇਨ ਮਿਊਜ਼ਿਕ ਅਗੇਨ, ਤੇ ਦੁਬਾਰਾ ਸੰਗੀਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਹੀ ਵਾਜ ਆਫਰਡ ਏ ਜੌਬ ਇਨ ਏ ਟਰੈਵਲਿੰਗ ਸਰਕਸ ਬਾਈ ਦਾ ਬੈਂਡ ਲੀਡਰ ਆਫ ਦਾ ਸਰਕਸ ਦੇ ਬੈਂਡ ਲੀਡਰ ਨੇ ਉਸ ਨੂੰ ਸਰਕਸ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ। ਹੀ ਵਾਜ ਐਂਬੀਸ਼ੀਅਸ ਟੂ ਮੇਕ ਏ ਲੋਟ ਆਫ ਮਨੀ, ਪਰੰਤੂ ਬਹੁਤ ਜ਼ਿਆਦਾ ਪੈਸਾ ਬਣਾਉਣ ਦੇ ਲਈ ਜਿਹੜਾ ਹੈ ਤੀਬਰ ਇੱਛਾ ਰੱਖਦਾ ਸੀ। ਹੀ ਡਿਸਾਈਡਡ ਟੂ ਜੁਆਇਨ ਦੈਟ ਸਰਕਸ ਦੇ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ। ਬਟ ਹਿਜ ਫਾਦਰ ਨਿਊ ਦੈਟ, ਪਰੰਤੂ ਉਸਦੇ ਪਿਤਾ ਨੂੰ ਪਤਾ ਸੀ ਫਿਲਿਪ ਵਾਜ ਗੁੱਡ ਐਟ ਪਲੇਇੰਗ ਵਾਇਲਨ, ਕਿ ਫਿਲਿਪ ਜਿਹੜਾ ਸੀ ਵਾਇਲਨ ਵਜਾਉਣ ਦੇ ਵਿੱਚ ਵਧੀਆ ਸੀ। ਸੋ ਹੀ ਡਿਡ ਨਾਟ ਲੈਟ ਹਿਮ ਜੁਆਇਨ ਸਰਕਸ, ਇਸ ਕਰਕੇ ਉਸਨੇ ਸਰਕਸ ਵਿੱਚ ਜੁਆਇਨ ਕਰਨ ਨਹੀਂ ਦਿੱਤਾ। ਹੀ ਟੁਕ ਹਿਮ ਟੂ ਮੈਰੀਨ ਬੈਂਡ ਬੈਕਸ, ਉਹ ਉਸਨੂੰ ਮੈਰੀਨ ਬੈਂਡ ਬੈਕਸ ਵਿੱਚ ਲੈ ਗਿਆ। ਐਂਡ ਗੋਟ ਰਿਕਰੂਟਡ ਹਿਮ ਇਨ ਦਾ ਮੈਰੀਨ ਬੈਂਡ ਆਫ ਵਾਸ਼ਿੰਗਟਨ, ਤੇ ਵਾਸ਼ਿੰਗਟਨ ਦੇ ਵਿੱਚ ਜਿਹੜਾ ਹੈ ਮੈਰੀਨ ਬੈਂਡ ਦੇ ਵਿੱਚ ਉਸਨੂੰ ਨੌਕਰੀ ਦਿਲਵਾ ਦਿੱਤੀ। ਹੀ ਡਿਡ ਹਿਜ ਜੌਬ ਵੈਰੀ ਵੈਲ, ਉਸਨੇ ਆਪਣਾ ਕੰਮ ਬੜਾ ਵਧੀਆ ਕੀਤਾ। ਐਂਡ ਵਰਕਡ ਹਾਰਡ, ਤੇ ਸਖਤ ਮਿਹਨਤ ਕੀਤੀ। ਹੀ ਰੋਜ਼ ਟੂ ਬੀ ਦਾ ਮਾਰਚ ਕਿੰਗ, ਉਹ ਮਾਰਚ ਕਿੰਗ ਦੇ ਤੌਰ ਤੇ ਜਿਹੜਾ ਅੱਗੇ ਵਧਿਆ। ਹੀ ਬਿਕੇਮ ਦਾ ਲੀਡਰ ਆਫ ਦਾ ਮੈਰੀਨ ਬੈਂਡ ਦਾ ਲੀਡਰ ਬਣ ਗਿਆ। ਹੀ ਰੋਟ ਐਂਡ ਕੰਪੋਜ਼ਡ ਮੈਨੀ ਮਾਰਚਿਜ, ਉਸਨੇ ਬਹੁਤ ਸਾਰੇ ਮਾਰਚ ਲਿਖੇ, ਮਾਰਚਿਜ ਬਾਰੇ ਲਿਖਿਆ ਅਤੇ ਇਹਨਾਂ ਦੀ ਰਚਨਾ ਕੀਤੀ। ਐਂਡ ਬਿਕੇਮ ਦਾ ਮਾਰਚ ਕਿੰਗ, ਤੇ ਮਾਰਚ ਕਿੰਗ ਬਣ ਗਿਆ। ਇਹ ਬਿਗ ਡੇ ਵਾਸ ਸੈਟ, ਬਿਗ ਡੇ ਨਿਰਧਾਰਿਤ ਕੀਤਾ ਗਿਆ, ਖਾਸ ਦਿਨ। ਬਿਗ ਕਰਾਊਡ ਆਫ ਪੀਪਲ ਅਪਲਾਉਡਡ ਹਿਮ, ਤੇ ਵੱਡੀ ਭੀੜ ਲੋਕਾਂ ਦੀ ਭੀੜ ਨੇ ਉਸ ਨੂੰ ਦੀ ਵਾਹਵਾਹੀ ਕੀਤੀ, ਪ੍ਰਸ਼ੰਸਾ ਕੀਤੀ। ਪਰਹੈਪਸ ਬॉयਜ਼ ਇਨ ਦਾ ਟਰੀਜ਼, ਜਿਹੜੇ ਬੱਚੇ ਜਿਹੜੇ ਸੀ ਦਰੱਖਤਾਂ ਤੇ ਮੁੰਡੇ ਬੈਠੇ ਸਨ, ਸ਼ਾਇਦ ਉਹ ਕਸਮ ਉਠਾ ਰਹੇ ਸਨ ਕਿ ਉਹ ਵੀ ਜੌਨ ਫਿਲਿਪ ਸੋਸਾ ਬਣਨਗੇ। ਹਾਂ ਬੇਟਾ, ਵਾਂਸ ਅਗੇਨ ਤੁਸੀਂ ਦੇਖੋ ਇਸ ਨੂੰ ਸਕਰੀਨ ਦੇ ਉੱਤੇ। ਤੇ ਸਟੇ ਹੋਮ, ਸਟੇ ਸੇਫ, ਬਟ ਵਰਕ ਹਾਰਡ। ਥੈਂਕ ਯੂ ਵੈਰੀ ਮਚ। ਓਕੇ।